ਅਕਾਲੀ ਦਲ ਵੇਲੇ ਉਹਨਾਂ ਨੇ ਕੋਠੀ ਖਾਲੀ ਕੀਤੀ ਤੇ 84 ਲੱਖ ਦਾ ਜੁਰਮਾਨਾ ਪੇ ਕੀਤਾ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੁਬਾਰਾ ਬਣੀ ਉਹਨਾਂ ਨੇ ਉਹ 84 ਲੱਖ ਮਾਫ ਕਰਤਾ ਵੀ ਤੁਹਾਡੇ ਪਿਓ ਦੇ ਪੈਸੇ ਆਏ, ਐਕਚੁਅਲੀ ਕਹਿੰਦੇ ਟੈਕਸ ਪੇਅਰਸ ਦੇ ਪੈਸੇ, ਲੋਕਾਂ ਦੇ ਪੈਸੇ ਤੁਸੀਂ ਬੀਬੀ ਭੱਠਲ ਨੂੰ ਮਾਫ ਕਰਤਾ। ਔਰ ਬੀਬੀ ਭੱਠਲ ਨੇ ਵੀ ਐਸੀ ਬੇਸ਼ਰਮੀ ਦਿਖਾਈ ਕਿ ਅੱਜ ਤੱਕ ਉਹਦਾ ਕਦੇ ਉਹਨਾਂ ਨੇ ਅਫਸੋਸ ਨਹੀਂ ਪ੍ਰਗਟ ਕੀਤਾ ਜੀ। ਡਾਈਨਿੰਗ ਟੇਬਲ ਗਾਇਬ ਹੈ, ਡਾਈਨਿੰਗ ਚੇਅਰਸ ਗਾਇਬ ਨੇ, ਟੀਵੀ ਗਾਇਬ ਹੈ, ਗੁਰਪ੍ਰੀਤ ਕਾਂਗੜ ਲੈ ਗਏ ਸਮਾਨ, ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਰਿਸ਼ਤੇਦਾਰ ਨੇ, ਮਨਪ੍ਰੀਤ ਬਾਦਲ ਉਹ ਵੀ ਸਮਾਨ ਲੈ ਗਏ। ਔਰ ਬੇਸ਼ਰਮੀ ਮੈਂ ਕਮਾਲ ਹੈ ਇਹਨਾਂ ਦੀ। ਉਹ ਕਹਿੰਦੇ ਜੀ ਅਸੀਂ ਪੈਸੇ ਦੇਤੇ ਵੀ ਇਹ ਤੁਹਾਡੇ ਬਾਪੂ ਦੀ ਹੱਟੀ ਸੀ ਜਿੱਥੋਂ ਸਮਾਨ ਚੱਕ ਕੇ ਲੈ ਗਏ, ਬਾਹਰੋਂ ਲੈ ਲਓ। ਇਹ ਟੈਕਸ ਪੇਅਰਸ ਦੇ ਖਰਚੇ ਦੇ ਉੱਤੇ ਜੋ ਕੁਝ ਡਰਾਮੇ ਕੀਤੇ ਜਾ ਰਹੇ ਨੇ, ਲੋਕਾਂ ਨੂੰ ਜਾਗਣ ਦੀ ਲੋੜ ਹੈ। ਲੋਕ ਇਹਨਾਂ ਨੂੰ ਸਵਾਲ ਪੁੱਛਣ ਔਰ ਇਹਨਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ। ਪਤਾ ਨਹੀਂ ਕਦੋਂ ਆਏਗੀ ਕਿ ਨਹੀਂ ਆਏਗੀ। ਤੁਹਾਡੇ ਕੇਜਰੀਵਾਲ ਨਾਲ ਸੰਬੰਧ ਠੀਕ ਨੇ, ਤੁਹਾਡੇ ਭਗਵੰਤ ਮਾਨ ਨਾਲ ਸੰਬੰਧ ਠੀਕ ਨੇ, ਤਾਂ ਫਿਰ ਮੈਂ ਜਿੱਥੇ ਮਰਜ਼ੀ ਕੋਠੀ ਪਾ ਲਵਾਂ। ਇਹ ਮੈਂ ਸ਼ੁਰੂਆਤ ਹੀ ਐਂਟਾਈਟਲਮੈਂਟ ਤੋਂ ਕੀਤੀ ਸੀ ਕਿ ਇਹ ਭ੍ਰਿਸ਼ਟਾਚਾਰ ਨਹੀਂ, ਇਹਨੂੰ ਦੂਰ ਕਰਨ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਿੰਨਾ ਤੇ ਕਦੋਂ ਸਮਾਂ ਲਾਏਗੀ, ਸਮਾਂ ਦੱਸੇਗਾ। ਸਤਿ ਸ਼੍ਰੀ ਅਕਾਲ। ਰੈਡ ਐਫਐਮ ਕੈਲਗਰੀ ਦੇ ਫੇਸਬੁੱਕ ਪੇਜ ਤੇ ਤੁਹਾਡਾ ਸਵਾਗਤ ਹੈ। ਪ੍ਰੋਗਰਾਮ ਪੱਖਵੀਂ ਗੱਲਬਾਤ ਲੈ ਕੇ ਹਾਜ਼ਰ ਹਾਂ ਮੈਂ ਅੰਮ੍ਰਿਤ ਵਿਰਦੀ ਤੇ ਮੇਰੇ ਨਾਲ ਮੌਜੂਦ ਨੇ ਸਾਡੇ ਨਿਊਜ਼ ਡਾਇਰੈਕਟਰ ਰਿਸ਼ੀ ਨਾਗਰ ਜੀ। ਰਿਸ਼ੀ ਜੀ ਬਹੁਤ ਬਹੁਤ ਸਵਾਗਤ ਹੈ। ਮਿਹਰਬਾਨੀ, ਥੈਂਕ ਯੂ। ਤਾਂ ਰਿਸ਼ੀ ਜੀ ਗੱਲ ਅੱਜ ਸਰਕਾਰ ਦੀ ਤੇ ਵੈਸੇ ਅਸੀਂ ਕਰਦੇ ਨੇ ਪਰ ਅੱਜ ਸਰਕਾਰੀ ਕੋਠੀਆਂ ਦੀ ਅਸੀਂ ਗੱਲ ਕਰ ਲੈਂਦੇ ਹਾਂ। ਕਹਿੰਦੇ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ ਤੇ ਮੈਨੂੰ ਲੱਗਦਾ ਇਹੀ ਕਾਰਨ ਹੈ ਕਿ ਸੱਤਾ ਦੇ ਨਾਲੋਂ ਕੋਠੀਆਂ ਜ਼ਿਆਦਾ ਪਿਆਰੀਆਂ ਹੋ ਜਾਂਦੀਆਂ ਨੇ, ਕਿਉਂਕਿ ਸੱਤਾ ਰਹਿੰਦੀ ਵੀ ਨਹੀਂ ਹੈ, ਵਿਧਾਇਕੀ ਰਹਿੰਦੀ ਵੀ ਨਹੀਂ ਹੈ, ਮੰਤਰੀ ਤੁਸੀਂ ਰਹਿੰਦੇ ਵੀ ਨਹੀਂ ਹੋ, ਪਰ ਕੋਠੀਆਂ ਨਾਲ ਪਿਆਰ ਇੰਨਾ ਜ਼ਿਆਦਾ ਹੋ ਜਾਂਦਾ ਕਿ ਕੋਠੀਆਂ ਛੱਡਣ ਨੂੰ ਦਿਲ ਨਹੀਂ ਕਰਦਾ। ਕਿਉਂ ਅਜਿਹਾ ਹੋ ਜਾਂਦਾ ਕਿ 5 ਸਾਲ ਮਿਲੀ ਕੋਠੀ ਇੰਨੀ ਜ਼ਿਆਦਾ ਪਿਆਰੀ ਹੋ ਜਾਂਦੀ ਕਿ ਦਿਲ ਹੀ ਨਹੀਂ ਕਰਦਾ ਛੱਡਣ ਨੂੰ? ਇਹ ਸੈਂਸ ਆਫ ਐਂਟਾਈਟਲਮੈਂਟ ਜਿਹਨੂੰ ਅਸੀਂ ਕਹਿੰਦੇ ਆ ਕਿ ਮੈਂ ਤਾਂ ਛੱਡਦਾ, ਕੰਬਲੀ ਨਹੀਂ ਛੱਡਦੀ ਜਾਂ ਕੰਬਲ ਨਹੀਂ ਛੱਡਦਾ, ਕਿ ਇੱਕ ਐਸਾ ਨਿਜ਼ਾਮ, ਇੱਕ ਐਸਾ ਸਿਸਟਮ ਅਸੀਂ ਡਿਵੈਲਪ ਕਰ ਲਿਆ ਜਿਹਦੇ ਵਿੱਚ ਜੇ ਮੈਂ ਕਿਸੇ ਖਾਸ ਪੜਾਅ ਤੇ ਪਹੁੰਚ ਗਿਆ ਤੇ ਉੱਥੇ ਸਾਰਾ ਕੁਝ ਮੇਰੇ ਦੁਆਲੇ ਦੁਆਲੇ ਘੁੰਮਣਾ ਚਾਹੀਦਾ। ਇਹ ਇੱਕ ਸੈਂਸ ਅਸੀਂ ਡਿਵੈਲਪ ਕਰ ਲਈ ਹੈ ਜਿਹੜੀ ਕਿ ਬੜੀ ਮੰਦਭਾਗੀ ਗੱਲ ਹੈ। ਔਰ ਪੰਜਾਬ ਵਰਗੇ ਸੂਬੇ ਵਿੱਚ ਇਸ ਤਰ੍ਹਾਂ ਦੇ ਲੋਕਾਂ ਦੀਆਂ ਰੁਝਾਨ ਹੋਣਾ ਆਪਣੇ ਆਪ ਵਿੱਚ ਬੜੀ ਖਤਰਨਾਕ ਗੱਲ ਹੈ ਔਰ ਬੜੀ ਬੇਸ਼ਰਮੀ ਵਾਲੀ ਗੱਲ ਹੈ ਔਰ ਬੜੀ ਨਲਾਇਕੀ ਵਾਲੀ ਗੱਲ ਹੈ। ਤੇ ਇਹੀ ਕਾਰਨ ਹੈ ਕਿ ਅੱਜ ਵੀ ਤੁਸੀਂ ਦੇਖੋ ਕਿ ਸਰਕਾਰ ਬੇਸ਼ੱਕ ਕੋਈ ਵੀ ਹੋਵੇ, ਸਰਕਾਰ ਅੱਜ ਆਮ ਆਦਮੀ ਪਾਰਟੀ ਦੀ ਹੈ, ਪਰ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਜੋ ਕੈਪਟਨ ਦੇ OSD ਸੀ, ਜਿਹੜੇ ਸਾਬਕਾ OSD ਨੇ, ਉਹਨਾਂ ਨੇ ਵੀ ਅਜੇ ਤੱਕ ਕੋਠੀਆਂ ਨਹੀਂ ਛੱਡੀਆਂ ਨੇ। ਹਾਲਾਂਕਿ ਰਿਸ਼ੀ ਜੀ ਜੇਕਰ ਕਾਇਦਾ ਨਾਲ ਦੇਖਿਆ ਜਾਵੇ ਤਾਂ ਜਿਹੜੀ ਤਰੀਕ ਤੁਹਾਨੂੰ ਦਿੱਤੀ ਹੁੰਦੀ ਹੈ ਤੁਸੀਂ ਉਦੋਂ ਕੋਠੀ ਛੱਡਣੀ ਹੁੰਦੀ ਹੈ, ਤੇ ਜੇ ਤੁਸੀਂ ਨਹੀਂ ਛੱਡਦੇ ਤੁਹਾਨੂੰ ਮਾਰਕੀਟ ਦੇ ਹਿਸਾਬ ਨਾਲ ਰੈਂਟ ਪੈਣਾ ਸ਼ੁਰੂ ਹੋ ਜਾਂਦਾ ਹੈ। ਜੀ ਬਿਲਕੁਲ, 3 ਮਹੀਨੇ ਦਾ ਸਮਾਂ ਦਿੰਦੇ ਆ, ਕਈ ਜਗ੍ਹਾ ਤੇ ਉੱਤੇ 6 ਮਹੀਨੇ ਦਾ ਸਮਾਂ ਹੁੰਦਾ ਕਿ ਤੁਸੀਂ 6 ਮਹੀਨਿਆਂ 'ਚ ਮੂਵ ਹੋ ਜਾਓ। ਅੱਜ ਸਰਕਾਰ ਟੁੱਟ ਗਈ ਆ, ਅੱਜ ਤੁਸੀਂ ਬਾਹਰ ਹੋ ਗਏ ਹੋ, ਅਗਲੇ 3 ਜਾਂ 6 ਮਹੀਨਿਆਂ 'ਚ ਤੁਸੀਂ ਜਾਣਾ। ਪਰ ਉਹ ਜਿਹੜੇ 3 ਜਾਂ 6 ਮਹੀਨੇ ਆ ਉਹਦੇ ਵਿੱਚ ਤੁਸੀਂ ਕਮਰਸ਼ੀਅਲ ਰੈਂਟ ਜੋ ਵੀ ਹੈ ਉਹਦੇ ਹਿਸਾਬ ਨਾਲ ਕਿਰਾਇਆ ਦੇਣਾ ਹੁੰਦਾ। ਪਰ ਇੱਥੇ ਤਾਂ ਸਾਡੇ ਤਾਂ ਨਿਜ਼ਾਮ ਹੀ ਵੱਖਰਾ ਹੈ। ਮੇਰੇ ਕੋਲ ਇੱਕ ਐਗਜ਼ਾਮਪਲ ਹੈ ਰਜਿੰਦਰ ਕੌਰ ਭੱਠਲ ਹੋਣਾ ਦੀ। 1992 ਵਿੱਚ ਪਹਿਲੀ ਵਾਰ ਸਰਕਾਰ ਬਣੀ, ਕਾਫੀ ਦੇਰ ਲੰਬੇ ਅੱਤਵਾਦ ਤੋਂ ਬਾਅਦ 92 ਚ ਬੇਅੰਤ ਸਿੰਘ ਦੀ ਸਰਕਾਰ ਬਣੀ ਤੇ ਬੀਬੀ ਭੱਠਲ ਨੂੰ ਉਸ ਵੇਲੇ 8 ਨੰਬਰ ਘਰ ਕੋਠੀ ਮਿਲਿਆ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ। ਤੇ ਉਸ ਤੋਂ ਬਾਅਦ ਸਰਕਾਰਾਂ ਬਦਲਦੀਆਂ ਰਹੀਆਂ। 92 ਤੋਂ 97 ਤੱਕ ਸਰਕਾਰ ਕਾਂਗਰਸ ਦੀ ਰਹੀ, ਜਿਹਦੇ ਵਿੱਚ ਇੱਕ ਵਾਰ ਆਪ ਵੀ ਉਹ ਪ੍ਰੀਮੀਅਰ ਬਣ ਗਏ, ਮੁੱਖ ਮੰਤਰੀ ਬਣ ਗਏ। ਜਦੋਂ ਆਪ ਵੀ ਮੁੱਖ ਮੰਤਰੀ ਬਣੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੋਠੀ ਮੁੱਖ ਮੰਤਰੀ ਵਾਲੀ ਮਿਲੀ ਤੇ ਉਹ ਕੋਠੀ ਉਹਨਾਂ ਨੇ ਛੱਡੀ ਨਹੀਂ। ਫਿਰ ਆਪੋਜੀਸ਼ਨ ਦੇ ਲੀਡਰ ਬਣ ਗਏ, ਫਿਰ ਵੀ ਕੁਰਸੀ ਉਹੀ ਕੋਠੀ ਉਹਨਾਂ ਨੇ ਆਪਣੇ ਕੋਲ ਰੱਖੀ ਤੇ 84 ਲੱਖ ਰੁਪਏ ਦਾ ਜੁਰਮਾਨਾ ਹੋਇਆ ਉਹਨਾਂ ਨੂੰ। ਪਰ ਉਹ ਫਿਰ ਰਿਫੰਡ ਵੀ ਕਰ ਦਿੱਤਾ ਗਿਆ। ਉਹ ਸਭ ਤੋਂ ਵੱਡੀ ਦਿੱਕਤ ਹੈ ਕਿ ਅਕਾਲੀ ਦਲ ਵੇਲੇ ਉਹਨਾਂ ਨੇ ਕੋਠੀ ਖਾਲੀ ਕੀਤੀ ਤੇ 84 ਲੱਖ ਦਾ ਜੁਰਮਾਨਾ ਪੇ ਕੀਤਾ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੁਬਾਰਾ ਬਣੀ ਉਹਨਾਂ ਨੇ ਉਹ 84 ਲੱਖ ਮਾਫ ਕਰਤਾ ਵੀ ਤੁਹਾਡੇ ਪਿਓ ਦੇ ਪੈਸੇ ਆਏ, ਐਕਚੁਅਲੀ ਕਹਿੰਦੇ ਟੈਕਸ ਪੇਅਰਸ ਦੇ ਪੈਸੇ, ਲੋਕਾਂ ਦੇ ਪੈਸੇ ਤੁਸੀਂ ਬੀਬੀ ਭੱਠਲ ਨੂੰ ਮਾਫ ਕਰਤਾ। ਔਰ ਬੀਬੀ ਭੱਠਲ ਨੇ ਵੀ ਐਸੀ ਬੇਸ਼ਰਮੀ ਦਿਖਾਈ ਕਿ ਅੱਜ ਤੱਕ ਉਹਦਾ ਕਦੇ ਉਹਨਾਂ ਨੇ ਅਫਸੋਸ ਨਹੀਂ ਪ੍ਰਗਟ ਕੀਤਾ। ਉਹ ਕਹਿੰਦੇ ਮੈਂ ਚੇਅਰਮੈਨ ਸੀਗੀ, ਮੈਂ ਉਸ ਨਾਤੇ ਮੈਂ ਕੋਠੀ ਲੈ ਕੇ ਰੱਖੀ, ਮੈਂ ਕੋਈ ਗਲਤ ਗੱਲ ਤਾਂ ਕੀਤੀ ਨਹੀਂ ਉਹਦੇ ਵਿੱਚ। ਕਹਿੰਦੇ ਜਿਹੜੀ ਕੋਠੀ ਆ ਜਿਹਦੇ ਵਾਸਤੇ ਬਣੀ ਹੁੰਦੀ ਹੈ ਉਹ ਹੁੰਦੀ ਹੈ। ਚੇਅਰਮੈਨ ਕਾਹਦੇ ਬਣ ਗਏ? ਉਹ ਪਲੈਨਿੰਗ ਕਮਿਸ਼ਨ ਦੀ ਡਿਪਟੀ ਚੇਅਰਮੈਨ ਹੋਣ ਦੇ ਨਾਤੇ ਉਹਨਾਂ ਨੂੰ ਉਹ ਕੋਠੀ ਦਿੱਤੀ ਗਈ। ਪਰ ਇਹ ਡਜ਼ਨਟ ਮੀਨ ਕਿ ਉਹ ਕਿਸੇ ਹੋਰ ਪਲੈਨਿੰਗ ਕਮਿਸ਼ਨ ਦੇ ਚੇਅਰਮੈਨ ਨੂੰ ਕਦੇ ਉਹ ਕੋਠੀ ਮਿਲੀ ਹੈ। ਸੋ ਤੁਸੀਂ ਕਿਉਂ ਲਈ? ਉਹ ਸਵਾਲ ਇਹ ਨਹੀਂ ਹੈ ਕਿ ਤੁਹਾਨੂੰ ਕੋਠੀ ਮਿਲੀ ਜਾਂ ਨਹੀਂ ਮਿਲੀ, ਕੀ ਤੁਸੀਂ ਉਹਦੇ ਵਾਸਤੇ ਟਾਈਟਲ ਸੀ? ਤੁਸੀਂ ਬਾਅਦ ਵਿੱਚ ਵੀ MLA ਹੁੰਦੇ ਹੋਇਆ ਵੀ ਉਸ ਕੋਠੀ 'ਚ ਰਹੇ
ਕਿਉਂ? ਕਿਉਂਕਿ ਤੁਹਾਡੇ ਕੋਲ ਸਾਬਕਾ ਮੁੱਖ ਮੰਤਰੀ ਦਾ ਅਹੁਦਾ ਸੀ। ਇਹ ਐਡੀ ਬੇਸ਼ਰਮੀ ਲੈ ਕੇ ਨਾਲ ਟੰਗ ਕੇ ਅਸੀਂ ਤੁਰੇ ਫਿਰਦੇ ਹਾਂ, ਔਰ ਸਾਨੂੰ ਸ਼ਰਮ ਆਉਂਦੀ ਨਹੀਂ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼ਰਮ ਸਾਨੂੰ ਆਉਂਦੀ ਨਹੀਂ ਹੈ। ਨਹੀਂ, ਚਲੋ ਦੇਰ ਆਏ ਦਰੁਸਤ ਆਏ। ਫਿਰ ਉਹਨਾਂ ਨੇ ਤਾਂ ਕੋਠੀ ਛੱਡ ਦਿੱਤੀ, ਪਰ ਕੋਠੀ ਰਿਸ਼ੀ ਜੀ ਕੋਠੀ ਤਾਂ ਛੱਡੀ, ਕੋਠੀ ਦੇ ਨਾਲ ਨਾਲ ਕਈ ਸਮਾਨ ਵੀ ਕਈ ਜਿਹੜੇ ਮੰਤਰੀ ਲੈ ਗਏ, ਔਰ ਬੜੀ ਹੈਰਾਨੀ ਦੀ ਔਰ ਵਾਕਈ ਦੇ ਵਿੱਚ ਬਹੁਤ ਸਾਨੂੰ ਵੀ ਕਈ ਵਾਰੀ ਔਕਵਰਡ ਮਹਿਸੂਸ ਹੋ ਜਾਂਦਾ ਹੈ। ਪਰ ਇੰਨੇ ਵੱਡੇ ਅਹੁਦਿਆਂ ਤੇ ਰਹੇ, ਫਾਈਨੈਂਸ ਮਿਨਿਸਟਰੀ ਵਰਗੇ ਅਹੁਦਿਆਂ ਤੇ ਰਹੇ ਮੰਤਰੀ ਜਦੋਂ ਜਾਂਦੇ ਨੇ ਤੇ ਪਤਾ ਲੱਗਦਾ ਕਿ ਹੀਟਰ ਵੀ ਗਾਇਬ ਨੇ, ਉੱਥੋਂ ਹੋਰ ਕਈ ਕੀਮਤੀ ਚੀਜ਼ਾਂ ਗਾਇਬ। ਹਾਂਜੀ, ਡਾਈਨਿੰਗ ਟੇਬਲ ਗਾਇਬ ਹੈ, ਡਾਈਨਿੰਗ ਚੇਅਰਸ ਗਾਇਬ ਨੇ, ਟੀਵੀ ਗਾਇਬ ਹੈ, ਗੁਰਪ੍ਰੀਤ ਕਾਂਗੜ ਲੈ ਗਏ ਸਮਾਨ, ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਰਿਸ਼ਤੇਦਾਰ ਨੇ, ਮਨਪ੍ਰੀਤ ਬਾਦਲ, ਉਹ ਵੀ ਸਮਾਨ ਲੈ ਗਏ। ਔਰ ਬੇਸ਼ਰਮੀ ਮੈਂ ਕਮਾਲ ਹੈ ਇਹਨਾਂ ਦੀ। ਉਹ ਕਹਿੰਦੇ ਜੀ ਅਸੀਂ ਪੈਸੇ ਦੇਤੇ ਵੀ ਇਹ ਤੁਹਾਡੇ ਬਾਪੂ ਦੀ ਹੱਟੀ ਸੀ ਜਿੱਥੋਂ ਸਮਾਨ ਚੱਕ ਕੇ ਲੈ ਗਏ, ਬਾਹਰੋਂ ਲੈ ਲਓ, ਬਾਹਰੋਂ ਲਾਓ ਤੁਸੀਂ ਸਮਾਨ ਲੈਣਾ। ਇਹ ਤੁਸੀਂ ਸਮਾਨ ਕਿਵੇਂ? ਕਈ ਵਾਰ ਇਹ ਹੁੰਦਾ ਕਿ ਇਹ ਐਂਟੀਕ ਸਮਾਨ ਹੁੰਦਾ, ਪੁਰਾਣਾ ਸਮਾਨ ਹੁੰਦਾ, ਜਿਹੜਾ ਸਮਾਨ ਤੁਸੀਂ ਕਹਿੰਦੇ ਹੋ ਕਿ ਅਸੀਂ 80,000 ਸਮਾਨ ਰੁਪਈਏ ਭਰ ਦਿੱਤੇ, 80,000 ਬਾਹਰ ਲੈ ਕੇ ਦਿਖਾਓ ਤੁਸੀਂ ਸਮਾਨ। ਉਹ ਸਵਾਲ ਇਹ ਨਹੀਂ ਹੈ ਕਿ ਤੁਸੀਂ ਕਰ ਕੀ ਰਹੇ ਹੋ, ਸਵਾਲ ਇਹ ਹੈ ਕਿ ਤੁਸੀਂ ਜਿਸ ਕਰਤੂਤ ਨੂੰ ਅੰਜਾਮ ਦੇ ਰਹੇ ਹੋ ਉਹ ਐਕਸੈਪਟ ਨਹੀਂ ਕੀਤੀ ਜਾ ਸਕਦੀ। ਤੁਹਾਡੇ ਤੋਂ ਤੁਸੀਂ ਚੋਰਾਂ ਵਾਂਗੂ ਵਿਹਾਰ ਕਰ ਰਹੇ ਹੋ। ਤੁਸੀਂ ਜਾਣ ਲੱਗੇ ਸਮਾਨ ਚੱਕ ਕੇ ਲੈ ਗਏ, ਫਿਰ ਤੁਸੀਂ ਕਹਿੰਦੇ ਹੋ ਕਿ ਅਸੀਂ ਕੋਈ ਨਹੀਂ ਵਾਪਸ ਕਰ ਦਿੱਤਾ, ਅਸੀਂ ਪੈਸੇ ਦੇ ਦਿੱਤੇ। ਤੁਸੀਂ ਸਮਾਨ ਦਿਓ, ਤੁਸੀਂ ਪੈਸੇ ਕਿਉਂ ਵਾਪਸ ਕਰ ਦਿੱਤੇ? ਮੈਨੂੰ ਲੱਗਦਾ ਇਹੀ ਲੋਕ ਦੇਖਦੇ ਨੇ ਤੇ ਫਿਰ ਲੋਕ ਹੋਟਲਾਂ ਦੇ ਵਿੱਚ ਜਾ ਕੇ ਕੰਮ ਕਰਦੇ ਨੇ ਕਿ ਸਾਡੇ ਚੱਕ ਲਿਆਉਂਦੇ ਆ। ਮੇਰਾ ਵਸ ਦਾ ਤੌਲੀਆ ਚੁੱਕਣ ਤੱਕ ਹੀ ਆ ਨਾ, ਮੈਂ ਉਹ ਤੋਂ ਕੋਈ ਪੇਂਟਿੰਗ ਤਾਂ ਲਾ ਕੇ ਲਿਆ ਨਹੀਂ ਸਕਦਾ। ਇਹ ਪੇਂਟਿੰਗਾਂ ਲਾ ਕੇ ਲੈ ਗਏ। ਸਾਡੇ ਦੇਸ਼ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਜੀ, ਇੱਕ ਸਿਸਟਮ ਹੈ ਕਿ ਦੇਸ਼ ਦੇ ਰਾਸ਼ਟਰਪਤੀ ਨੂੰ, ਪ੍ਰਾਈਮ ਮਿਨਿਸਟਰ ਨੂੰ, ਜੇ ਕਿਸੇ ਮੁਲਕ 'ਚ ਜਾਂਦੇ ਨੇ, ਦੂਸਰੇ ਮੁਲਕ 'ਚ ਜਾਂਦੇ ਨੇ, ਉੱਥੋਂ ਤੋਹਫੇ ਮਿਲਦੇ ਨੇ, ਉਹ ਸਾਰੇ ਸਰਕਾਰੀ ਖਜ਼ਾਨੇ 'ਚ ਜਾਣੇ ਹੁੰਦੇ। ਬੀਬੀ ਪ੍ਰਤਿਭਾ ਪਾਟਿਲ ਜੀ ਸਾਰਾ ਸਮਾਨ ਜਿੰਨਾ ਮਿਲਿਆ ਸੀ ਚੱਕ ਕੇ ਮਹਾਰਾਸ਼ਟਰ ਨੂੰ ਲੈ ਗਏ। ਉਹ ਬਾਅਦ 'ਚ ਪ੍ਰਣਬ ਮੁਖਰਜੀ ਨੇ ਕਢਵਾਇਆ ਸਾਰਾ ਸਮਾਨ। ਹੁਣ ਜੇ ਰਾਸ਼ਟਰਪਤੀ ਦੇ ਅਹੁਦੇ ਤੇ ਰਹਿ ਕੇ ਵੀ ਤੁਹਾਨੂੰ ਤਸੱਲੀ ਨਹੀਂ ਹੋਈ ਤੇ ਹੋਰ ਤੁਹਾਨੂੰ ਕਿਹੜਾ ਅਹੁਦਾ ਮਿਲ ਜਾਵੇ? ਸੋ ਇਹ ਬਹੁਤ ਖਤਰਨਾਕ ਹੈ। ਔਰ ਇੱਕ ਸੁਖਜਿੰਦਰ ਸਿੰਘ ਰੰਧਾਵਾ ਜੀ, ਉਹ ਗੱਡੀ ਲੈ ਕੇ ਬੈਠੇ ਰਹੇ। ਉਹ ਕਹਿੰਦੇ ਜੀ ਐਮਐਲਏ ਨੂੰ ਗੱਡੀ ਮਿਲਦੀ ਹੈ। ਉਹ ਭਾਈ ਐਮਐਲਏ ਨੂੰ ਜਿਹੜੀ ਗੱਡੀ ਮਿਲਦੀ ਹੈ ਉਹ ਨਹੀਂ ਮਿਲਦੀ ਜਿਹੜੀ ਮੰਤਰੀ ਨੂੰ ਮਿਲਦੀ ਹੈ। ਤੁਸੀਂ ਤਾਂ ਡਿਪਟੀ ਸੀਐਮ ਸੀ, ਤੁਸੀਂ ਉਹੀ ਗੱਡੀ ਰੱਖੀ ਫਿਰਦੇ ਹੋ। ਕਹਿੰਦੇ ਇਹ ਕਿਹੜਾ ਛੋਟਾ ਜਿਹਾ ਇਸ਼ੂ, ਲੈ ਜਾਓ ਗੱਡੀ ਆਪਣੀ। ਤੇ ਜੇ ਛੋਟਾ ਜਿਹਾ ਸੀ ਤੇ ਛੱਡ ਕੇ ਆਉਂਦੇ। ਗੱਲਾਂ ਛੋਟੀਆਂ ਹੁੰਦੀਆਂ ਨੇ ਪਰ ਗੱਲਾਂ ਵੱਡੀਆਂ ਉਦੋਂ ਬਣ ਜਾਂਦੀਆਂ ਨੇ ਜਦੋਂ ਇਹ ਛੋਟੀਆਂ ਹਰਕਤਾਂ ਇਹਨਾਂ ਲੀਡਰਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ। ਤੇ ਕੈਪਟਨ ਦੇ ਅਸੀਂ ਸਾਬਕਾ ਓਐਸਟੀ ਦੀ ਗੱਲ ਕੀਤੀ, ਸੰਦੀਪ ਬਰਾੜ, ਅੰਕਿਤ ਬਾਂਸਲ, ਜਗਦੀਪ ਸਿੱਧੂ, ਇਹ ਤਿੰਨ ਅਜੇ ਉਹ ਨਾਮ ਨੇ ਜਿਨ੍ਹਾਂ ਨੇ ਅਜੇ ਤੱਕ ਵੀ ਸੈਕਟਰ 39 ਦੇ ਵਿੱਚ ਜੋ ਸਰਕਾਰੀ ਰਿਹਾਇਸ਼ ਸੀ ਉਸ ਨੂੰ ਖਾਲੀ ਨਹੀਂ ਕੀਤਾ ਹੈ। ਹਾਲਾਂਕਿ ਰਿਸ਼ੀ ਜੀ, ਜੇ ਮੈਂ ਗਲਤ ਨਹੀਂ ਹਾਂ ਤਾਂ ਦੋ ਤਰੀਕੇ ਹੁੰਦੇ ਨੇ, ਜਾਂ ਤਾਂ ਤੁਸੀਂ ਪੈਸੇ ਭਰ ਦਿਓ ਜਾਂ ਫਿਰ ਤੁਸੀਂ ਕਿਸੇ ਤਰੀਕੇ ਨਾਲ ਸੈਟਲਮੈਂਟ ਕਰ ਦਿਓ ਕਿ ਜਿਹੜਾ ਮੌਜੂਦਾ ਕੋਈ ਅਧਿਕਾਰੀ ਹੈ ਤੁਸੀਂ ਉਹਦੇ ਨਾਮ ਤੇ ਉਸਨੂੰ ਅਲਾਟ ਕਰਵਾ ਲੈਂਦੇ ਹੋ ਤੇ ਤੁਸੀਂ ਫਿਰ ਉਹਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਹੋ। ਇਹ ਲੂਪ ਹੋਲ ਹੈਗੇ ਆ। ਮੈਂ ਐਕ੍ਰੈਡਿਟਡ ਪੱਤਰਕਾਰ ਸੀ ਪੰਜਾਬ ਦੇ ਵਿੱਚ, ਜਿਨ੍ਹਾਂ ਦਿਨਾਂ 'ਚ ਮੈਂ ਉੱਥੇ ਕਰਦਾ ਸੀ। ਮੇਰੇ ਕੋਲ ਸਰਕਾਰੀ ਘਰ ਮਿਲਿਆ ਹੋਇਆ ਸੀ ਜਲੰਧਰ 'ਚ। ਜਦੋਂ ਮੇਰੀ ਨੌਕਰੀ ਚਲੀ ਗਈ, ਜਦੋਂ ਮੈਂ ਛੱਡ ਦਿੱਤਾ, ਮੈਨੂੰ ਡੀਸੀ ਵੱਲੋਂ ਨੋਟਿਸ ਆ ਗਿਆ। ਡੀਸੀ ਦੇ ਨੋਟਿਸ ਆਉਣ ਤੋਂ ਪਹਿਲਾਂ ਮੇਰਾ ਨੋਟਿਸ ਚਲਾ ਗਿਆ ਸੀ ਕਿ ਮੇਰੀ ਨੌਕਰੀ ਚਲੀ ਗਈ ਆ, ਮੈਂ ਹੁਣ ਪੱਤਰਕਾਰ ਨਹੀਂ ਰਿਹਾ, ਮੈਂ ਘਰ ਖਾਲੀ ਕਰਨਾ, ਮੈਨੂੰ 3 ਮਹੀਨੇ ਦਾ ਸਮਾਂ ਦਿੱਤਾ ਜਾਵੇ। ਉਹਨਾਂ ਨੇ ਮੈਨੂੰ 6 ਮਹੀਨੇ ਦਾ ਸਮਾਂ ਦਿੱਤਾ ਤੇ ਮੈਂ ਤਾਂ 1.5 ਮਹੀਨੇ ਬਾਅਦ ਹੀ ਮੈਨੂੰ ਘਰ ਮਿਲ ਗਿਆ ਤੇ ਮੈਂ ਚਲਾ ਗਿਆ। ਸਵਾਲ ਤਾਂ ਇਹ ਹੈ ਕਿ ਤੁਹਾਡੀ ਇੰਟੈਗ੍ਰਿਟੀ ਕਿੱਥੇ ਖੜੀ ਹੈ? ਤੁਸੀਂ ਕਰਨਾ ਚਾਹੁੰਦੇ ਹੋ ਕਿ ਨਹੀਂ ਕਰਨਾ ਚਾਹੁੰਦੇ? ਇਹ ਥੋੜੀ ਹੈ ਕਿ ਇਹਨਾਂ ਨੂੰ ਘਰ ਨਹੀਂ ਮਿਲਦਾ। ਆਖੇ ਕਿਸੇ ਹੋਰ, ਜਿਵੇਂ ਤੁਸੀਂ ਦੱਸਿਆ, ਇਹ ਲੂਪ ਹੋਲ ਹੈ, ਕਿਸੇ ਮੰਤਰੀ ਦੇ ਨਾਂ ਤੇ ਅਲਾਟ ਕਰਾ ਲਓ। ਇਹ ਕੋਈ ਢੰਗ ਹੈ? ਕਿਉਂ ਕਰਵਾ ਲਓ? ਚਲੋ ਇਹ ਤਾਂ ਪਿਛਲੀ ਸਰਕਾਰ ਦੀਆਂ ਅਸੀਂ ਗੱਲਾਂ ਕੀਤੀਆਂ, ਪਰ ਮੌਜੂਦਾ ਸਰਕਾਰ ਵੀ ਕਿਸੇ ਨਾਲੋਂ ਘੱਟ ਨਹੀਂ ਹੈ। ਰਿਸ਼ੀ ਜੀ, ਇਸ ਵੇਲੇ ਜੋ ਸਭ ਤੋਂ ਵੱਡੀ ਇਸ ਵੇਲੇ ਚਰਚਾ ਦੀ ਗੱਲ ਹੈ ਕਿ ਦੇਖੋ ਸੈਕਟਰ 2 ਦੇ ਵਿੱਚ ਆਮ ਤੌਰ ਤੇ ਕੋਠੀਆਂ ਕਿਹਨੂੰ ਮਿਲਦੀਆਂ ਨੇ? ਜਿਹੜੇ ਮੰਤਰੀ ਹੁੰਦੇ ਨੇ। ਬਿਲਕੁਲ ਜੀ, ਮੁੱਖ ਮੰਤਰੀ ਦਾ ਘਰ ਵੀ ਉੱਥੇ ਹੀ ਹੈ। ਪਰ ਇੱਥੇ ਰਾਜ ਸਭਾ ਮੈਂਬਰ ਰਾਘਵ ਚੱਡਾ, ਜਿਨ੍ਹਾਂ ਦੀ ਕਾਇਦੇ ਨਾਲ ਤਾਂ ਬਣਦੀ ਹੈ ਦਿੱਲੀ ਦੇ ਵਿੱਚ ਉਹਨਾਂ ਨੂੰ ਜੋ ਮਿਲਣਾ ਹੈ, ਪਰ ਉਹਨਾਂ ਨੂੰ ਸੈਕਟਰ 2 ਦੇ ਵਿੱਚ 50 ਨੰਬਰ ਕੋਠੀ ਅਲਾਟ ਕੀਤੀ ਗਈ ਹੈ। ਉਹ ਵੀ ਹੁਣ ਲੋਕ ਸਮਝ ਨਹੀਂ ਪਾ ਰਹੇ ਕਿ ਕਿਹੜੇ ਹਿਸਾਬ ਦੇ ਨਾਲ। ਸਵਾਲ ਇਹੀ ਹੈ ਅੰਮ੍ਰਿਤ ਜੀ ਕਿ ਸਾਡੀ ਐਂਟਾਈਟਲਮੈਂਟ ਦਾ ਜਿਹੜਾ ਜ਼ੋਰ ਹੈ ਨਾ ਜੀ, ਉਹ ਕਿਤੇ ਦਾ ਕਿਤੇ ਚਲਿਆ ਗਿਆ ਹੈ। ਹੁਣ ਉਹ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਨੇ, ਮੰਨ ਲਈ ਅਸੀਂ ਗੱਲ, ਪਰ ਜੇ ਉਹਨਾਂ ਨੂੰ ਪੰਜਾਬ 'ਚ ਕੋਠੀ ਮਿਲ ਸਕਦੀ ਹੈ, ਕੋਈ ਇਹਦੇ ਵਿੱਚ ਦੋ ਰਾਏ ਨਹੀਂ ਹੈਗੀ, ਪਰ ਕੀ ਉੱਥੇ ਹੀ ਉਹੀ ਕੋਠੀ ਦਿੱਤੀ ਜਾਣੀ ਜ਼ਰੂਰੀ ਹੈ? ਕੀ ਕਿਸੇ ਹੋਰ ਰਾਜ ਸਭਾ ਦੇ ਮੈਂਬਰ ਨੂੰ, ਜਿਹੜੇ ਪੰਜਾਬ ਤੋਂ 7 ਮੈਂਬਰ ਨੇ, ਕੀ ਉਹਨਾਂ 'ਚੋਂ ਕਿਸੇ ਨੂੰ ਹੋਰ ਨੂੰ ਮਿਲੀ ਉੱਥੇ ਕੋਠੀ? ਤੇ ਫਿਰ ਇਹ ਕਿਉਂ? ਔਰ ਉਹਦੇ ਆਸ-ਪਾਸ ਸਿਕਿਉਰਿਟੀ ਵੀ ਉਹ ਹੈ ਜਿਹੜੀ ਬਿਲਕੁਲ ਸੀਐਮ ਵਰਗੀ ਸਿਕਿਉਰਿਟੀ ਹੁੰਦੀ ਹੈ। ਉਹੀ ਕੋਠੀ ਦੇ ਵਿੱਚ ਉਹਦੇ ਆਸ-ਪਾਸ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਜਾਂ ਉੱਥੇ ਜਦੋਂ ਪਹਿਲਾਂ ਵੱਡੇ ਮੰਤਰੀ ਰਹਿੰਦੇ ਸੀ, ਉਹਨਾਂ ਦੀ ਸਿਕਿਉਰਿਟੀ ਕਦੇ ਇੰਨੀ ਟਾਈਟ ਨਹੀਂ ਸੀ ਜਿੰਨੀ ਰਾਘਵ ਚੱਡਾ ਦੀ ਹੈ। ਇਹ ਐਗਜ਼ੈਕਟਲੀ ਇਹੀ ਫਾਇਦਾ ਹੁੰਦਾ ਜੀ ਜਦੋਂ ਤੁਸੀਂ ਕਿਸੇ ਹਾਈ ਅਪ ਦੇ ਨਾਲ ਹੋ, ਤੁਹਾਡੇ ਕੇਜਰੀਵਾਲ ਨਾਲ ਸੰਬੰਧ ਠੀਕ ਨੇ, ਤੁਹਾਡੇ ਭਗਵੰਤ ਮਾਨ ਨਾਲ ਸੰਬੰਧ ਠੀਕ ਨੇ, ਤਾਂ ਫਿਰ ਮੈਂ ਜਿੱਥੇ ਮਰਜ਼ੀ ਕੋਠੀ ਪਾ ਲਵਾਂ। ਇਹ ਮੈਂ ਸ਼ੁਰੂਆਤ ਹੀ ਐਂਟਾਈਟਲਮੈਂਟ ਤੋਂ ਕੀਤੀ ਸੀ ਕਿ ਇਹ ਐਂਟਾਈਟਲਮੈਂਟ ਦਾ ਜੰਗਾਲ ਸਾਨੂੰ ਜਿਹੜਾ ਲੱਗਿਆ ਹੋਇਆ ਨਾ,
ਛੋਟੇ ਤੋਂ ਛੋਟੇ ਅਹੁਦੇ ਤੇ ਬੈਠਾ ਵਿਅਕਤੀ ਜਿੱਥੇ ਤੱਕ ਉਹਦੀ ਹੇਰਾਫੇਰੀ ਦਾ ਦਾਇਰਾ ਹੈ ਉਹ ਉਨੀ ਹੇਰਾਫੇਰੀ ਕਰ ਲੈਂਦਾ ਹੈ। ਤੇ ਇਹ ਇਸ਼ਤਿਹਾਰ ਲੱਗ ਰਹੇ ਨੇ ਕਿ ਅਸੀਂ ਭ੍ਰਸ਼ਟਾਚਾਰ ਦੂਰ ਕਰਤਾ। ਕੀ ਇਹ ਭ੍ਰਸ਼ਟਾਚਾਰ ਨਹੀਂ? ਇਹਨੂੰ ਦੂਰ ਕਰਨ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਿੰਨਾ ਤੇ ਕਦੋਂ ਸਮਾਂ ਲਾਏਗੀ, ਸਮਾਂ ਦੱਸੇਗੀ। ਬਿਲਕੁਲ ਸਵਾਲ ਇਹੀ ਖੜੇ ਹੁੰਦੇ ਨੇ ਕਿ ਤੁਸੀਂ ਰਾਜ ਸਭਾ ਮੈਂਬਰ ਹੋ ਜਾਂ ਤਾਂ ਫਿਰ ਹੋਵੇ ਕਿ ਠੀਕ ਹੈ ਜਿਹੜੇ ਬਾਕੀ ਰਾਜ ਸਭਾ ਮੈਂਬਰ ਨੇ ਉਹਨਾਂ ਨੂੰ ਵੀ ਉੱਥੇ ਕੋਠੀ ਅਲਾਟ ਕੀਤੀ ਗਈ ਹੈ, ਪਰ ਇਹ ਨੇੜਤਾ ਵਾਲੀ ਗੱਲ ਹੁੰਦੀ ਹੈ। ਇਹੀ ਕਾਰਨ ਹੈ ਰਿਸ਼ੀ ਜੀ ਕਿ ਜਦੋਂ ਲੀਡਰ ਆਫ ਆਪੋਜੀਸ਼ਨ ਸੀ ਸੁਖਪਾਲ ਸਿੰਘ ਖਹਿਰਾ ਤੇ ਉਹਨਾਂ ਦੀ ਕੋਠੀ ਹੁੰਦੀ ਸੀਗੀ ਜਿੱਥੇ ਮੰਤਰੀਆਂ ਦੀ ਕੋਠੀ ਸੀ, ਜਦੋਂ ਹਰਪਾਲ ਚੀਮਾ ਬਣੇ ਤਾਂ ਉਹਨਾਂ ਨੂੰ 39 ਸੈਕਟਰ ਕੋਠੀ ਦੇ ਦਿੱਤੀ ਔਰ ਰੌਲਾ ਪਾਉਂਦੇ ਰਹੇ ਕਿ ਮੈਂ ਇੱਥੇ ਲੈਣੀ ਨਹੀਂ ਹੈ। ਉਹਨਾਂ ਦੀ ਕੋਠੀ ਦੇ ਵਿੱਚ ਵੀ ਆਲ ਦਾ ਟਾਈਮ ਆਮ ਆਦਮੀ ਪਾਰਟੀ ਦਾ ਦਫ਼ਤਰ ਹੀ ਬਣਿਆ ਰਿਹਾ। ਬਿਲਕੁਲ ਇਸੇ ਤਰ੍ਹਾਂ ਹੀ ਆ ਜੀ, ਜਿਹੜੇ ਐਮਐਲਏ ਬਣ ਜਾਂਦੇ ਨੇ ਉਹਨਾਂ ਨੂੰ ਐਮਐਲਏ ਫਲੈਟ ਮਿਲ ਜਾਂਦਾ ਉਹ ਨਹੀਂ ਛੱਡਦੇ, ਜਿਹਨੂੰ ਕੋਠੀ ਮਿਲ ਜਾਂਦੀ ਉਹ ਕੋਠੀ ਨਹੀਂ ਛੱਡਦਾ, ਫਿਰ ਦੋ ਜੋੜੀ ਜਾਂਦੇ ਨੇ। ਆ ਚੰਨੀ ਸਾਹਿਬ ਨੇ ਦਰਵਾਜ਼ਾ ਹੀ ਪਟਵਾਤਾ ਸੀ, ਉਹਦੇ ਪਿੱਛੇ ਗ੍ਰੀਨ ਬੈਲਟ ਸੀ, ਗ੍ਰੀਨ ਬੈਲਟ ਪਟਵਾ ਦਿੱਤੀ। ਕਦੇ ਉਹ ਹਾਥੀਆਂ ਦੀ ਸਵਾਰੀ ਕਰਦੇ ਰਹੇ, ਕਦੇ ਮੂੰਹ ਬਦਲਦੇ ਰਹੇ, ਕਿਉਂਕਿ ਈਸਟਰਨ ਮੂੰਹ ਹੋਣਾ ਚਾਹੀਦਾ ਜੀ। ਕਿਸੇ ਜੋਤਸ਼ੀ ਨੇ ਕਹਿਤਾ, ਉਹਨਾਂ ਨੇ ਚੱਕ ਕੇ ਕੋਈ ਪਲਾਨ ਨਹੀਂ ਦੇਖਿਆ, ਕੋਈ ਕੁਝ ਨਹੀਂ ਦੇਖਿਆ, ਕੋਠੀ ਦਾ ਮੂੰਹ ਪੂਰਬ ਵੱਲ ਨੂੰ ਕਰਤਾ। ਹੁਣ ਪੂਰਬ ਵੱਲ ਨੂੰ ਅੱਗੇ ਸੜਕ ਹੈ ਨਹੀਂ ਤੇ ਸੜਕ ਵੀ ਨਵੀਂ ਬਣਵਾ ਦਿੱਤੀ ਗਈ। ਸੋ ਇਹ ਟੈਕਸ ਪੇਅਰਸ ਦੇ ਖਰਚੇ ਦੇ ਉੱਤੇ ਜੋ ਕੁਝ ਡਰਾਮੇ ਕੀਤੇ ਜਾ ਰਹੇ ਨੇ, ਲੋਕਾਂ ਨੂੰ ਜਾਗਣ ਦੀ ਲੋੜ ਹੈ। ਲੋਕ ਇਹਨਾਂ ਨੂੰ ਸਵਾਲ ਪੁੱਛਣ ਔਰ ਇਹਨਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ। ਪਤਾ ਨਹੀਂ ਕਦੋਂ ਆਏਗੀ ਕਿ ਨਹੀਂ ਆਏਗੀ। ਬਿਲਕੁਲ, ਜਦੋਂ ਤੁਹਾਡਾ ਇੱਕ ਟੈਨਿਓਰ ਖਤਮ ਹੋ ਗਿਆ, ਜਦੋਂ ਤੁਹਾਡਾ ਪੀਰੀਅਡ ਖਤਮ ਹੋ ਗਿਆ, ਪਰ ਸਿਰਫ ਇਸ ਗੱਲ ਤੇ ਕਿ ਤੁਸੀਂ ਉਸ ਲੀਨੀਅੰਸੀ ਦਾ ਫਾਇਦਾ ਚੱਕਦੇ ਹੋ ਤੇ ਇਸ ਕਦਰ ਤੱਕ ਚੁੱਕਣ ਲੱਗ ਜਾਂਦੇ ਹੋ। ਪਰ ਰਿਸ਼ੀ ਜੀ ਲੱਗਦਾ ਨਹੀਂ ਹੈ ਕਿ ਇਸ ਤਰ੍ਹਾਂ ਦਾ, ਵੈਸੇ ਤਾਂ ਚਲੋ ਕਹਿਣ ਦੀ ਗੱਲ ਹੈ ਰੂਲ ਬਣਾ ਵੀ ਦਿੱਤੇ ਜਾਣ, ਰੂਲ ਫੋਲੋ ਕਿੱਥੇ ਹੁੰਦੇ ਨੇ, ਕਿ ਇਸ ਤਰ੍ਹਾਂ ਦੇ ਤੁਸੀਂ ਸਖਤ ਨਿਯਮ ਬਣਾ ਦਿਓ ਕਿ ਤੁਸੀਂ ਕੋਠੀ ਤੁਹਾਡਾ ਪੀਰੀਅਡ ਖਤਮ ਹੋ ਗਿਆ ਤੁਹਾਨੂੰ ਖਾਲੀ ਕਰਨੀ ਪੈਣੀ ਹੈਗੇ ਆ ਜੀ ਰੂਲ। ਹਾਂ, ਮੈਂ ਵੀ ਕਿਹਾ ਕਿ ਫੋਲੋ ਜਦੋਂ ਰੂਲ ਹੈਗੇ ਆ ਤਾਂ ਉਹਨੂੰ ਐਗਜ਼ੀਕਿਊਟ ਕਿਹਦੇ ਕਰਨਾ, ਕਿਉਂਕਿ ਅਸੀਂ ਤਾਂ ਐਗਜ਼ੀਕਿਊਟ ਕਰਵਾਉਣੇ ਆ, ਅਸੀਂ ਉੱਤੇ ਕਬਜ਼ਾ ਕਰੀ ਬੈਠੇ, ਸਾਨੂੰ ਕੌਣ ਕਹੂਗਾ? ਕੌਣ ਕਹੇ ਰਾਣੀਏ ਤੂੰ ਅੱਗਾ ਢੱਕ। ਤਾਂ ਇਹੀ ਕਾਰਨ ਹੈ ਕਿ ਰੂਲ ਬਣੇ ਤਾਂ ਨੇ। ਅਸੀਂ ਬੜੀ ਵਾਰ ਗੱਲ ਕਰਦੇ ਹਾਂ ਕਿ ਸੰਵਿਧਾਨ ਦੇ ਵਿੱਚ ਇਹ ਬਦਲਾਅ ਹੋਣਾ ਚਾਹੀਦਾ, ਪਰ ਅਸਲ 'ਚ ਸਾਨੂੰ ਕਈ ਵਾਰ ਪਤਾ ਨਹੀਂ ਹੁੰਦਾ ਕਿ ਸੰਵਿਧਾਨ ਦੇ ਵਿੱਚ ਤਾਂ ਆਲਰੇਡੀ ਇਹ ਰੂਲ ਬੜੀ ਦੇਰ ਪਹਿਲਾਂ ਹੀ ਬਣਾ ਦਿੱਤਾ ਸੀ। ਸੰਵਿਧਾਨ 'ਚ ਬਦਲਾਅ ਨਹੀਂ ਕਰਨ ਦੀ ਲੋੜ, ਇੱਥੇ ਦਿਮਾਗ 'ਚ ਬਦਲਾਅ ਕਰਨ ਦੀ ਲੋੜ। ਨਹੀਂ, ਮੈਂ ਕਿਹਾ ਕਈ ਵਾਰ ਲੋਕ ਕਹਿੰਦੇ ਨੇ ਕਿ ਇਹ ਵੱਡੇ ਰੂਲ ਬਣਨੇ ਚਾਹੀਦੇ ਨੇ, ਸੰਵਿਧਾਨ 'ਚ ਬਦਲਾਅ ਕਰ ਦਿਓ, ਪਰ ਜਿਹੜੇ ਪਹਿਲਾਂ ਤੋਂ ਸੰਵਿਧਾਨ ਦੇ ਵਿੱਚ ਨੇ ਅਸੀਂ ਉਹਨਾਂ ਨੂੰ ਤਾਂ ਠੀਕ ਤਰ੍ਹਾਂ ਇੰਪਲੀਮੈਂਟ ਕਰਕੇ ਫੋਲੋ ਕਰ ਲਈਏ। ਤੇ ਜਿਵੇਂ ਰਿਸ਼ੀ ਜੀ ਨੇ ਕਿਹਾ ਹੈ ਕਿ ਇਹ ਤੁਹਾਡੇ ਉੱਪਰ ਹੈ ਕਿ ਤੁਸੀਂ ਆਪਣੇ ਅੰਦਰ ਝਾਤ ਮਾਰਨੀ ਹੈ, ਆਪਣੇ ਅੰਦਰ ਦਾ ਇੱਕ ਅਸਲੀ ਇਨਸਾਨ ਜਗਾ ਲਓ ਕਿ ਤੁਹਾਡਾ ਪੀਰੀਅਡ ਖਤਮ ਹੋ ਗਿਆ ਤਾਂ ਤੁਸੀਂ ਸਰਕਾਰੀ ਕੋਠੀ ਛੱਡ ਦਿਓ। ਔਰ ਕੋਠੀਆਂ ਵੀ ਰਿਸ਼ੀ ਜੀ ਉਹ ਨਹੀਂ ਛੱਡਦੇ ਜਿਨ੍ਹਾਂ ਦੀਆਂ ਆਲਰੇਡੀ ਪਿੰਡਾਂ ਦੇ ਵਿੱਚ ਬੜੀਆਂ ਵੱਡੀਆਂ ਕੋਠੀਆਂ ਨੇ। ਇਹਨਾਂ ਨੂੰ ਘਰਾਂ ਦੀ ਲੋੜ ਥੋੜੀ ਹੁੰਦੀ ਹੈ, ਇਹ ਨੰਗ ਥੋੜੀ ਹੈ। ਇਹ ਤਾਂ ਹੈ ਨਹੀਂ ਕਿ ਜੇ ਇਹ ਨਿਕਲ ਜਾਣਗੇ ਤਾਂ ਜਾਣਗੇ ਕਿੱਥੇ। ਜੀ ਬਿਲਕੁਲ ਨਹੀਂ। ਤਾਂ ਫਿਲਹਾਲ ਉਮੀਦ ਅਸੀਂ ਵੀ ਇਹੀ ਕਰਦੇ ਹਾਂ ਕਿ ਹੁਣ ਜਿਸ ਤਰੀਕੇ ਦੇ ਨਾਲ ਬਦਲਾਵ ਦੀ ਗੱਲ ਕਹੀ ਜਾ ਰਹੀ ਸੀ, ਹੁਣ ਬੀਬੀ ਭੱਠਲ ਦਾ ਤਾਂ ਚਲੋ ਬਹੁਤ ਲੰਬਾ ਸਮਾਂ ਰੌਲਾ ਪਿਆ, ਉਹਨਾਂ ਨੇ ਤਾਂ ਕੋਠੀ ਛੱਡ ਦਿੱਤੀ, ਪਰ ਹੁਣ ਜਿਹੜੇ ਅਜੇ ਵੀ OSD ਨੇ ਉਹ ਕੋਠੀਆਂ ਕਿਉਂ ਨਹੀਂ ਛੱਡ ਰਹੇ? ਜੇਕਰ ਅੰਦਰ ਕੋਈ ਲੂਪਹੋਲ ਨੇ, ਜੇਕਰ ਅੰਦਰ ਉਹਨਾਂ ਨੇ ਕਿਸੇ ਹੋਰ ਦੇ ਨਾਮ ਤੇ ਅਲਾਟ ਕਰਵਾਈ ਹੋਈ ਹੈ ਤੇ ਇਹ ਜਾਂਚ ਕਰਨੀ ਵੀ ਸਰਕਾਰ ਦੀ ਜ਼ਿੰਮੇਵਾਰੀ ਹੀ ਬਣਦੀ ਹੈ। ਉਮੀਦ ਕਰਦੇ ਹਾਂ ਜਾਂਚ ਹੋਵੇਗੀ, ਬਦਲਾਵ ਹੋਵੇਗਾ। ਰਿਸ਼ੀ ਜੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ।